TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਇਆ ਯੂਕਰੇਨ ਵਿੱਚ ਮਰਨ ਵਾਲੇ ਭਾਰਤੀ ਵਿਦਿਆਰਥੀ ਦੇ ਮਾਪਿਆਂ ਨੇ ਸਰਕਾਰ ਉੱਤੇ ਮੜੇ ਦੋਸ਼। ਹਮਲੇ ਤੋਂ ਵਾਲ-ਵਾਲ ਬਚੇ ਕੁਝ ਹੋਰ ਭਾਰਤੀ ਵਿਦਿਆਰਥੀ। ਭਾਰਤ ਵਾਪਸ ਪਰਤਣ ਵਾਲੇ ਵਿਦਿਆਰਥੀਆਂ ਨੂੰ ਨਵੀਆਂ ਮੁਸੀਬਤਾਂ ਨੇ ਘੇਰਿਆ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਹਵਾਈ ਫੌਜ ਨੂੰ ਆਪਰੇਸ਼ਨ ਗੰਗਾ ਵਿੱਚ ਸ਼ਾਮਲ ਹੋਣ ਲਈ ਦਿੱਤੇ ਨਿਰਦੇਸ਼। ਦੋਸਤੋ, ਇਹ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਨੂੰ ਵਿਸਥਾਰ ਨਾਲ ਵਿਚਾਰਿਆ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਦੇਖਣ ਸੁਣਨ ਤੋਂ ਬਾਅਦ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਨਜ਼ਰ ਮਾਰੀਏ। ਯੂਕਰੇਨ ਤੇ ਰੂਸ ਦਾ ਯੁੱਧ ਲੱਗਿਆ ਹੋਇਆ ਹੈ। ਯੂਕਰੇਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਖਾਰਕੀਵ ਦੇ ਉੱਤੇ ਰੂਸ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਇਸੇ ਸ਼ਹਿਰ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਵੀ ਹੋਈ ਹੈ। ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਵੇਰੀ ਜ਼ਿਲ੍ਹੇ ਦੇ ਨਵੀਨ SD ਵਜੋਂ ਕੀਤੀ ਗਈ ਹੈ ਤੇ ਉਮਰ ਉਹਦੀ ਤਕਰੀਬਨ 21 ਵਰ੍ਹੇ ਦੱਸੀ ਗਈ ਹੈ ਅਤੇ ਉਹ ਚੌਥੇ ਸਾਲ ਦਾ ਉੱਥੇ ਵਿਦਿਆਰਥੀ ਸੀ। ਉਹ ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਿਹਾ ਸੀ। ਹੁਣ ਗੋਲੀਬਾਰੀ ਦਾ ਸ਼ਿਕਾਰ ਹੋਏ ਨਵੀਨ ਦੇ ਪਿਤਾ ਨੇ ਦੱਸਿਆ ਕਿ ਮੇਰੇ ਨਾਲ ਉਹਦੀ ਕੁਝ ਸਮਾਂ ਪਹਿਲਾਂ ਗੱਲਬਾਤ ਹੋਈ ਸੀ ਤੇ ਨਾਲ ਉਹਨਾਂ ਨੇ ਦੋਸ਼ ਲਗਾਇਆ ਕਿ ਯੂਕਰੇਨ ਦੇ ਖਾਰਕੀਵ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਨਾਲ ਅੰਬੈਸੀ ਦੇ ਵਿੱਚੋਂ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ। ਨਵੀਨ ਦੇ ਚਾਚਾ ਊਜਨ ਗੌੜਾ ਨੇ ਵੀ ਦਾਅਵਾ ਕੀਤਾ ਕਿ ਉਸ ਦਾ ਭਤੀਜਾ ਹੋਰਨਾਂ ਵਿਦਿਆਰਥੀਆਂ ਦੇ ਨਾਲ ਖਾਰਕੀਵ ਦੇ ਇੱਕ ਬੰਕਰ ਦੇ ਵਿੱਚ ਫਸਿਆ ਹੋਇਆ ਸੀ। ਖਾਣਾ ਪਾਣੀ ਉਹਦੇ ਕੋਲੋਂ ਮੁੱਕ ਚੁੱਕਿਆ ਸੀ। ਤਕਰੀਬਨ ਸਵੇਰ ਦੇ 10:30 ਉੱਥੋਂ ਦੇ ਸਮੇਂ ਦੇ ਅਨੁਸਾਰ ਵੱਜੇ ਸਨ। ਉਹਨੇ ਸੋਚਿਆ ਕਿ ਕੁਝ ਕਰੰਸੀ ਬਦਲ ਲਿਆਵਾਂ ਅਤੇ ਕੁਝ ਖਾਣ ਪੀਣ ਦੀਆਂ ਵਸਤਾਂ ਖਰੀਦ ਲਿਆਵਾਂ। ਕਰਿਆਨੇ ਦੇ ਸਟੋਰ ਦੀ ਦੁਕਾਨ ਦੇ ਉੱਤੇ ਉਸ ਲਾਈਨ ਦੇ ਵਿੱਚੋਂ ਜਾ ਕੇ ਲੱਗ ਗਿਆ ਤੇ ਪਤਾ ਲੱਗਿਆ ਕਿ ਰੂਸੀ ਫੌਜ ਦੀ ਗੋਲੀਬਾਰੀ ਹੋਈ ਤੇ ਉਹਦੀ ਲਪੇਟ ਦੇ ਵਿੱਚ ਆ ਗਿਆ ਤੇ ਨਵੀਨ ਦੀ ਮੌਤ ਹੋ ਗਈ। ਜਾਣਕਾਰੀ ਉਹਨਾਂ ਇਹ ਵੀ ਦਿੱਤਾ ਕਿ ਨਵੀਨ ਨੇ ਆਪਣੇ ਪਿਤਾ ਦੇ ਨਾਲ ਪਹਿਲਾਂ ਫੋਨ ਤੇ ਗੱਲਬਾਤ ਕੀਤੀ ਸੀ, ਵੀਡੀਓ ਕਾਲ ਤੇ ਗੱਲਬਾਤ ਕੀਤੀ ਸੀ ਤੇ ਦੱਸ ਰਿਹਾ ਸੀ ਕਿ ਬੰਕਰ ਦੇ ਵਿੱਚ ਖਾਣ ਪੀਣ ਦਾ ਇਸ ਵਕਤ ਕੋਈ ਸਮਾਨ ਬਚਿਆ ਨਹੀਂ। ਇਸ ਦੇ ਨਾਲ ਹੀ ਇਸ ਖਬਰ ਦੀ ਹਲੇ ਸਿਆਹੀ ਨਹੀਂ ਸੁੱਕੀ ਕਿ ਦੂਸਰੇ ਪਾਸੇ ਖਾਰਕੀਵ ਸ਼ਹਿਰ ਦੇ ਵਿੱਚੋਂ ਇੱਕ ਵਿਦਿਆਰਥੀ ਦੀ ਰੇਲ ਗੱਡੀ ਚੜ੍ਹਨ ਦੇ ਵੇਲੇ ਗੋਲੀ ਲੱਗਣ ਦੀਆਂ ਖਬਰਾਂ ਆਉਣ ਦੇ ਕਾਰਨ ਮਾਪਿਆਂ ਦੇ ਸਾਹ ਸੁੱਕ ਗਏ ਹੈ। ਮੁਕਤਸਰ ਸਾਹਿਬ ਦੇ ਇਲਾਕੇ ਦੇ ਤਕਰੀਬਨ 50 ਵਿਦਿਆਰਥੀ ਇਸ ਖਤਰੇ ਦੇ ਨਾਲ ਜੂਝ ਰਹੇ ਨੇ, ਜਿਸ ਕਰਕੇ ਉਹਨਾਂ ਦੇ ਮਾਪੇ ਦੁਖੀ ਨੇ ਤੇ ਅੱਜ ਉਹਨਾਂ ਨੇ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਉਹ ਦਿੱਲੀ ਦੇ ਵਿੱਚ ਮੋਦੀ ਸਰਕਾਰ ਅਤੇ ਯੂਕਰੇਨ ਦੇ ਨਾਲ ਹੀ ਰੂਸੀ ਅੰਬੈਸੀਆਂ ਦੇ ਬਾਹਰ ਦੱਸਿਆ ਜਾ ਰਿਹਾ ਕਿ ਉਹ ਮੁਜ਼ਾਹਰਾ ਕਰਨਗੇ। ਖਾਰਕੀਵ ਦੇ ਵਿੱਚ ਹੀ ਰਹਿ ਰਹੀ ਇੱਕ ਵਿਦਿਆਰਥਣ ਰਾਜਵੀਰ ਕੌਰ ਨੇ ਇਸ ਗੱਲ ਨੂੰ ਤਸਦੀਕ ਕੀਤਾ ਕਿ ਗੱਡੀ ਅਸੀਂ ਚੜ੍ਹ ਰਹੇ ਸੀ, ਗੱਡੀ ਚੜ੍ਹਦਿਆਂ ਉੱਥੇ ਗੋਲੀਬਾਰੀ ਹੋ ਗਈ ਤੇ ਇੱਕ ਵਿਦਿਆਰਥੀ ਦੇ ਉਹ ਗੋਲੀ ਲੱਗੀ ਤੇ ਚੀਕ ਚਿਹਾੜਾ ਮੱਚ ਗਿਆ। ਇਹਨਾਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਅਸੀਂ ਹਾੜੇ ਕੱਢ ਰਹੇ ਹਾਂ, ਅੱਜ ਦੇ ਨਹੀਂ ਕਈ ਦਿਨ ਦੇ ਕੱਢ ਰਹੇ ਹਾਂ, ਪਰ ਫਿਰ ਵੀ ਕਿਸੇ ਅਧਿਕਾਰੀ ਤੇ ਕਿਸੇ ਸਿਆਸੀ ਆਗੂ ਦੇ ਉੱਤੇ ਕੋਈ ਕੰਨ ਤੇ ਜੂੰ ਨਹੀਂ ਸਰਕੀ ਤੇ ਸਾਡੇ ਬੱਚਿਆਂ ਦੀ ਕੋਈ ਸਾਰ ਨਹੀਂ ਲੈ ਰਿਹਾ। ਤਾਂ ਕਹਿੰਦੇ ਸਾਡੇ ਵੱਲੋਂ ਵਾਰ-ਵਾਰ ਦੁਹਾਈ ਦਿੱਤੀ ਜਾ ਰਹੀ ਹੈ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਯੂਕਰੇਨ ਦੇ ਵਿੱਚ ਜਿਹੜੀ ਭਾਰਤੀ ਅੰਬੈਸੀ ਹੈ ਉਹਦੇ ਵੱਲੋਂ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਤਾਂ ਇਹ ਦੱਸਿਆ ਜਾ ਰਿਹਾ ਕਿ ਅਸੀਂ ਬੜਾ ਕੁਝ ਕਰ ਰਹੇ ਹਾਂ। ਉਹ ਕਹਿੰਦੇ ਸਿਰਫ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਤੋਂ ਬਗੈਰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਉਹ ਕਹਿੰਦੇ ਸਾਡੇ ਬੱਚੇ ਬੰਕਰਾਂ 'ਚ ਬੈਠੇ ਹੈ, ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਤੇ ਫਸੇ ਹੋਏ ਹੈ, ਤੜੇ ਪਏ ਆ ਉੱਥੇ। ਖਾਣ ਪੀਣ ਦਾ ਉਹਨਾਂ ਕੋਲ ਕੋਈ ਪੁਖਤਾ ਪ੍ਰਬੰਧ ਨਹੀਂ। -4 -5 ਤਾਪਮਾਨ ਦੇ ਵਿੱਚ ਰਹਿਣ ਵਾਸਤੇ ਉਹਨਾਂ ਕੋਲ ਕੋਈ ਗਰਮ ਕੱਪੜੇ ਨਹੀਂ। ਤੇ ਦੂਸਰੇ ਪਾਸੇ ਉਹ ਕਹਿੰਦੇ ਭਾਰਤੀ ਅੰਬੈਸੀ ਖਾਰਕੀਵ ਛੱਡਣ ਦੀ ਐਡਵਾਈਜ਼ਰੀ ਤਾਂ ਜਾਰੀ ਕਰ ਰਹੀ ਹੈ, ਪਰ ਨਾ ਕਿਸੇ ਬੱਸ ਦਾ ਨਾ ਕਿਸੇ ਰੇਲ ਦਾ ਪ੍ਰਬੰਧ ਹੈ। ਇਹ ਜਿਨ੍ਹਾਂ ਦੇ ਬੱਚੇ ਖਾਰਕੀਵ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੀ ਧੀ ਨੇ ਦੱਸਿਆ ਕਿ ਉੱਥੇ ਗੋਲੀ ਚੱਲੀ ਹੈ ਰੇਲ ਚੜ੍ਹਦਿਆਂ ਤੋਂ, ਉਹ ਦੱਸ ਰਹੇ ਨੇ ਕਿ ਉੱਥੋਂ ਦਾ ਅੱਖੀਂ ਡਿੱਠਾ ਹਾਲ ਉਹਨਾਂ ਦੇ ਬੱਚੇ ਦੱਸ ਰਹੇ ਨੇ। ਆਪਣੇ ਆਪ ਦੇ ਵਿੱਚ ਸੱਚਮੁੱਚ ਇਹ ਮੰਦਭਾਗੀਆਂ ਖਬਰਾਂ ਲਗਾਤਾਰ ਰੋਜ਼ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਇਸ ਕਰਕੇ ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੀਆਂ ਧੀਆਂ, ਜਿਨ੍ਹਾਂ ਦੇ ਪੁੱਤਰ ਉੱਥੇ ਪੜ੍ਹਾਈ ਕਰਨ ਗਏ ਸੀ, ਫਸੇ ਹੋਏ ਨੇ,
सचमुच जान घंडी दे विच है, मुट्ठी दे विच जान आई पई है। पहली खबर की स्याही नहीं सुकदी, अगली खबर उस तरह की मिल जाती है। हुण जिन्हां दे बच्चे गए नहीं, जिन्हां दे जानकार गए हुए ने, वो जानते हैं कि उन्होंने मिनट मिनट पल पल सैकंड सैकंड किवें लंघ रहा है। जलंधर ते कपूरथला के लगभग 10 विद्यार्थी ने, वो हंगरी की सरहद ते पहुंचण लई खारकीव तो जोखम भरी यात्रा शुरू कर चुके हैं। उन्हां विद्यार्थियों के वल्लों अपने मापिਆਂ ਨੂੰ अपनी हड्ड बीती दसी गई है, तो मापिਆਂ ਦੀਆਂ चिंतावां ਦੇ ਵਿੱਚ उन्हां दी हड्ड बीती ने होर वाधा कीता है। उन्हां विद्यार्थियों ने दस्सिया कि यूक्रेन के समय अनुसार सवेरे 8 वजे वो 2 टैक्सियां राही खारकीव के रेलवे स्टेशन वाल गए। ज्यों ही उन्होंने अपनी वो इमारत छड्डी जिथे रुके हुए सी ते उहदी बेसमेंट दे विच रुके हुए सी, कहंदे हाले असीं टैक्सी दे विच बैठ के उत्थों निकल ही कि थोड़ी देर बाद उस ही इमारत ते मिसाइल डिगदी है, मिसाइल नाल हमला हुंदा है अते वो इमारत जिस दे विच असीं दिन कट्टियां कीतियां वो देखदियां देखदियां खंडर बन गई, तबाह हो गई। तो तकरीबन उन्हां विद्यार्थियों के दस्सण अनुसार 5 मिनट पहलां उस ही बिल्डिंग की वो बेसमेंट चों निकले सी। हुण आप तुसीं कियास करो कि किस्मत चंगी सी कि 5 मिनट पहलां उस बेसमेंट दे विचों निकले आए। हालांकि उन्होंने ये गल साफ नहीं की कि सारे दे सारे उस बिल्डिंग विचों आ गए सी जां उस बिल्डिंग दे विच भावें वो भारती नहीं भी कि होर किन्ने क लोग रहिंदे सी। पर एक गल तो उन्होंने तस्दीक कर दी है कि हुण रूस, पहलां तां रूस कहिंदा सी कि सिर्फ तो सिर्फ असीं फौजी जिहड़े टिकाणे ने उन्हां ते हमले कर रहे हैं, पर आ विद्यार्थी किसी फौजी टिकाणे विच नहीं सी रहिंदे, एक आम बिल्डिंग विच रहिंदे सी, रहायशी इलाके विच रहिंदे सी। हुण 5 मिनट पहलां वो कहंदे असीं निकले, टैक्सी च बैठे, टैक्सी च बैठिਆਂ ਨੂੰ तेज़ आवाज़ सुनाई दित्ती। उत्थों कहंदे रेलवे स्टेशन है जिहड़ा खारकीव दा सिर्फ 15 मिनट का सफ़र सी कार दे विच, टैक्सी दे विच। पर कहंदे इन्नी क दहशत सी, भावें मिनट 15 सी, पर साडा वो सफ़र मुक्कण विच नहीं सी आ रहा। उन्हां विद्यार्थियों के वल्लों ये भी जानकारी दी गई है कि वो भावें खारकीव के खतरे वाले जोन चों तां बाहर आ गया, पर सफ़र बड़ा जोखम भरिया है। रेलवे स्टेशन तो हंगरी की सरहद नेड़े जाण वाली रेल गड्डी नूं पहुंचण दे विच तकरीबन वो कहंदे 15 घंटे लगदे आ। उत्थे टैक्सी राहीं सरहद दे नेड़े फिर जाणगे, फिर थोड़ा बहुता समा वो पैदल भी तुरनगे। सरकार वल्लों जिहड़े दावे कीते जा रहे ने, आ जिहड़ियां खबरां उत्थे फसे विद्यार्थी दे रहे ने, ये बिल्कुल उस स्थिति तो उल्ट ने। इस तरह जीरकपुर के नेड़े पैंदा पिंड लोहगढ़ का मनदीप सिंह भी तकरीबन 4 महीने पहलां यूक्रेन दे विच पढ़न गया तो जंग लग गई, तो इस वक्त मनदीप भी उत्थे फसिया होया है। मनदीप के परिवार ने दस्सिया कि वह 3 दिन चल के पोलैंड की सरहद ते तां पहुँच गया, पर सरहद बंद होने कारण हाले वो उत्थे फसिया होया है। फोन उहदा इस वक्त चल नहीं रहा, किते किते WhatsApp ते वो मैसेज भेज रहा है। तो उन्हें यह भी दस्सिया कि 3 दिन भुखण भाणा रहण तो बाद -5 डिग्री तापमान दे विचों सफ़र करता रहा। उन्होंने ये भी दस्सिया कि असीं हैल्पलाइन जिहड़ी दित्ती हो ते संपर्क करते रहे, ना तो किसी ने साडा उत्थे फोन चुक्या, ना ही कोई मदद करने वास्ते दौड़िया। तो यूक्रेन दे विच भारती दूतावास ने उहदे दस्सण अनुसार साडी कोई सार नहीं लई। इहदे नाल ही कुछ यूपी दियां, कुछ गुजरात दियां ते कुछ होर थावां दियां विद्यार्थियां ने, उन्होंने दस्सिया कि असीं 3-3, 4-4 दिन पैदल सफ़र किया है, खाण नूं साडे कोल कुछ नहीं सी, सिर्फ 250 मिलीलीटर पानी पी के असीं गुजारा करदियां रहियां, पर हाले भी वो उत्थे ही फसियां होईयां ने। हुण तुसीं देखो कि वो परतना सारे भारत चाहुंदे है। लगातार किसी नूं गोली लग चुकी है, कोई गोली का शिकार हो चुका है, कोई किसी बिल्डिंग दे विच जिथे रहिंदा सी वो धमाके नाल उड़ रही है। तो विद्यार्थियों दा मुश्किलां लगातार वध रहीआं ने। पोलैंड दे विच शरण लैण लई यूक्रेन के शहर लवीव दे विच बहुत सारे विद्यार्थी आसमान की नीली छत के हेठ बैठे है, तो वो नीली छत के हेठ बैठिਆਂ ਨੂੰ होर मुसीबतां घेर रहीआं ने। एक तो रूस के लगातार हमले वध रहे हैं, दूसरे पासे जिहड़े यूक्रेन के सुरक्षा अधिकारी ने मैडिकल की पढ़ाई करन गए भारतीय विद्यार्थियों ਨੂੰ वो रूस नाल लड़न वास्ते हुण हथियार चुकण लई आख रहे हैं। वो कहंदे जे इत्थे पढ़न आए सी तां चलो साडे नाल खड़ो, देखिए तुसीं कह रहे हो कि तुहाडी सरकार ने वोट रूस वाले पासे पाई है, पर वो सरकार का काम सी, तुसीं साडे नाल खड़े हो। हुण कीव यूनिवर्सिटी के विद्यार्थी जगजीत सिंह अमृतसर के रहने वाले ने, गुरफतेह सिंह पटियाला के रहने वाले है,
ਜਸਬੀਰ ਸਿੰਘ ਕੋਟਕਪੂਰਾ ਦੇ ਹੈ, ਕਮਲਜੀਤ ਸਿੰਘ ਜਲੰਧਰ ਦੇ ਹੈ ਤੇ ਕਈ ਹੋਰ ਨੇ ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਕਈ ਹੋਰਨਾਂ ਸੂਬਿਆਂ ਦੇ ਵਿਦਿਆਰਥੀ ਸੀ। ਜਦੋਂ ਉਹਨਾਂ ਨੇ ਗੱਲਬਾਤ ਕੀਤੀ, ਉਹ ਕਹਿੰਦੇ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਹੁਣ ਭਾਰਤੀ ਵਿਦਿਆਰਥੀ ਨੂੰ ਦਰਅਸਲ ਬੇਵਜ੍ਹਾ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਹੈ। ਉਹ ਯੂਕਰੇਨ ਦੇ ਫੌਜੀਆਂ ਦੇ ਨਾਲ ਮਿਲ ਕੇ ਰੂਸ ਦੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਆਖ ਰਹੇ ਨੇ। ਉਹ ਕਹਿੰਦੇ ਜੇ ਇਹ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਅਸੀਂ ਪੋਲੈਂਡ ਨਹੀਂ ਜਾਣ ਦੇਵਾਂਗੇ। ਉਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਉੱਥੋਂ ਮੰਗਲਵਾਰ ਦੇ ਸਵੇਰੇ 10:30 ਵਜੇ ਅਸੀਂ ਲਾਈਨ ਦੇ ਵਿੱਚ ਖੜੇ ਸੀ। ਭਾਰਤੀ ਵਿਦਿਆਰਥੀਆਂ ਤੇ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਉਸ ਵਕਤ ਹੱਥ ਵੀ ਚੁੱਕਿਆ, ਸਾਨੂੰ ਗਾਲਾਂ ਵੀ ਕੱਢੀਆਂ। ਹੁਣ ਇੱਕ ਵਿਦਿਆਰਥੀ ਆ ਦੇਵਰਾਜ ਤੇ ਇੱਕ ਜਗਜੀਤ ਸਿੰਘ, ਉਹਨਾਂ ਨੇ ਦੱਸਿਆ ਕਿ ਦੂਸਰਾ ਦਿਨ ਹੋ ਗਿਆ ਸਾਨੂੰ ਉੱਥੇ ਖੜਿਆਂ ਨੂੰ, ਸਾਨੂੰ ਖਾਣ ਪੀਣ ਵਾਸਤੇ ਕੁਝ ਨਹੀਂ ਮਿਲਿਆ। ਉਹਨਾਂ ਵਾਰ-ਵਾਰ ਸੁਣਿਆ ਕਿ ਭਾਰਤੀ ਹੋਣ ਦੇ ਤਾਨੇ ਮਾਰੇ ਜਾ ਰਹੇ ਸੀ। ਹਰਿਆਣਾ ਦੇ ਨਾਲ ਸੰਬੰਧਿਤ ਹੈ ਕੈਥਲ ਸ਼ਹਿਰ, ਕੈਥਲ ਦਾ ਰਹਿਣ ਵਾਲਾ ਦਾਨਸ਼ ਸ਼ੇਖਰ, ਉਹਦਾ ਵੀ ਕਹਿਣਾ ਸੀ ਕਿ ਲਾਈਨ ਦੇ ਵਿੱਚ ਖੜੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੇ ਸੁਰੱਖਿਆ ਅਧਿਕਾਰੀ ਭੱਦੇ ਭੈੜੇ ਕਮੈਂਟ ਕਰ ਰਹੇ ਆ। ਦਾਨਸ਼ ਨੇ ਇਹ ਵੀ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਜਿਹੜੇ ਫਸੇ ਹੋਏ ਨਾਗਰਿਕ ਨੇ, ਵਿਦਿਆਰਥੀ ਨੇ, ਉਹਨਾਂ ਨੂੰ ਸੁਰੱਖਿਅਤ ਕੱਢਣ ਵਾਸਤੇ ਫੌਰੀ ਤੌਰ ਤੇ ਪ੍ਰਬੰਧ ਕਰਨੇ ਚਾਹੀਦੇ ਹੈ। ਜਲੰਧਰ ਦਾ ਰਹਿਣ ਵਾਲਾ ਸੀ ਬਲਕੀਤ ਸਿੰਘ, ਉਹਨਾਂ ਨੇ ਦੱਸਿਆ ਕਿ ਜਿਹੜੇ ਪੈਸੇ ਸੀ ਉਹ ਖਤਮ ਹੋ ਗਏ ਹੈ, ਪਰ ਬੀਤੇ ਸੋਮਵਾਰ ਵਾਲੇ ਦਿਨ ਖਾਲਸਾ ਏਡ ਵਾਲਿਆਂ ਨੇ ਕੁਝ ਬ੍ਰੈਡ ਤੇ ਕੁਝ ਬਿਸਕਟ ਦਿੱਤੇ ਸੀ, ਪਰ ਦੂਸਰਾ ਦਿਨ ਜਦੋਂ ਮੰਗਲਵਾਰ ਚੜ੍ਹਿਆ ਉਹ ਵੀ ਨਜ਼ਰ ਨਹੀਂ ਆਏ। ਸਾਨੂੰ ਸਾਰਾ ਕੁਝ ਖਾਣ ਨੂੰ ਨਹੀਂ ਮਿਲਿਆ। ਠੰਡ ਵੀ ਹੈ ਤੇ ਸਿਹਤ ਵੀ ਖਰਾਬ ਹੋ ਰਹੀ ਹੈ। ਉੱਥੇ ਹੀ ਬਠਿੰਡੇ ਨਾਲ ਸੰਬੰਧਿਤ ਸੀ ਵਿਦਿਆਰਥੀ ਸ਼ਿਖਾ ਕਪੂਰ। ਸ਼ਿਖਾ ਨੇ ਦੱਸਿਆ ਕਿ 3 ਦਿਨਾਂ ਤੋਂ ਦਵਾਈ ਲੈਣ ਦੇ ਵਾਸਤੇ ਉਹ ਦਵਾਈ ਦੇ ਰਿਹਾ ਹੈ, ਪਰ ਯੂਕਰੇਨ ਦੇ ਅਧਿਕਾਰੀ ਦਵਾਈ ਤਾਂ ਨਹੀਂ ਦੇ ਰਹੇ, ਗਾਲਾਂ ਜ਼ਰੂਰ ਦੇ ਰਹੇ ਨੇ। ਨਾ ਸਾਨੂੰ ਕਿਸੇ ਇੱਧਰ ਉੱਧਰ ਪਾਸੇ ਜਾਣ ਦੇ ਰਹੇ ਨੇ, ਇੱਥੋਂ ਤੱਕ ਕਿ ਸਾਨੂੰ ਸਾਡੇ ਮੋਬਾਈਲ ਖੋਣ ਦੀਆਂ ਧਮਕੀਆਂ ਦੇ ਰਹੇ ਨੇ। ਤੇ ਬੀਤੇ ਕੁਝ ਕੁ ਦਿਨਾਂ ਤੋਂ ਇਹ ਵੀ ਪਤਾ ਲੱਗਿਆ ਕਿ ਯੂਕਰੇਨ ਦੇ ਅਧਿਕਾਰੀ ਹੁਣ ਉਹਨਾਂ ਨੂੰ ਯੂਕਰੇਨ ਦੀਆਂ ਸਰਹੱਦਾਂ ਨਹੀਂ ਟੱਪਣ ਦੇ ਰਹੇ। ਉਹਨਾਂ ਨੂੰ ਆਖ ਰਹੇ ਹੈ ਕਿ ਆਓ ਜਾਂ ਤਾਂ ਵਾਪਸ ਜਾਓ, ਨਹੀਂ ਗੋਲੀਆਂ ਖਾਓ। ਉਹ ਕਹਿੰਦੇ ਇੱਕ ਪਾਸੇ ਅਸੀਂ ਭੁੱਖੇ ਹਾਂ, ਉੱਤੋਂ ਠੰਡ ਅੰਤਾਂ ਦੀ ਹੈ, ਤੀਸਰੇ ਪਾਸੇ ਸਾਨੂੰ ਐਡਵਾਈਜ਼ਰੀਆਂ ਦੇ ਮੱਦੇ ਨਜ਼ਰ ਅਸੀਂ ਆਪੋ ਆਪਣੇ ਟਿਕਾਣੇ ਛੱਡ ਚੁੱਕੇ ਹਾਂ, ਪਰ ਅੱਗੇ ਅਸੀਂ ਰੱਬ ਆਸਰੇ ਹਾਂ। ਅੱਗੇ ਜਾ ਨਹੀਂ ਸਕਦੇ, ਪਿੱਛੇ ਮੁੜ ਨਹੀਂ ਸਕਦੇ, ਗੋਲੀ ਮਾਰਨ ਤੱਕ ਦੀਆਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਨਾਲ ਹੀ ਬੀਤੇ ਕੁਝ ਕੁ ਦਿਨਾਂ ਤੋਂ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਸਾਡੇ ਨਾਲ ਕੁਝ ਹੋਰ ਮੁਟਿਆਰਾਂ ਵੀ ਸਨ ਜਿਹੜੀਆਂ ਭਾਰਤੀ ਸੀ। ਕੁਝ ਲੋਕ ਆਏ, ਉਹਨਾਂ ਨੇ ਵਰਦੀ ਰੂਸੀ ਫੌਜ ਦੀ ਸੀ। ਹੁਣ ਇਹ ਨਹੀਂ ਪਤਾ ਕਿ ਸੱਚਮੁੱਚ ਉਹ ਰੂਸੀ ਫੌਜੀ ਵੀ ਸਨ ਜਾਂ ਨਹੀਂ। ਸਾਡੇ ਨਾਲ ਦੀਆਂ ਕੁਝ ਵਿਦਿਆਰਥਣਾਂ ਨੂੰ ਅਗਵਾ ਕਰਕੇ ਲੈ ਗਏ ਹੈ। ਹਾਲੇ ਤੱਕ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਲੱਗੀ, ਕੋਈ ਅਤਾ ਪਤਾ ਨਹੀਂ ਕਿ ਉਹ ਕੌਣ ਸੀ ਤੇ ਉਹਨਾਂ ਨੂੰ ਕਿਹੜੇ ਮਕਸਦ ਨਾਲ ਤੇ ਕਿੱਥੇ ਲੈ ਗਏ ਹੈ। ਦੂਸਰੇ ਪਾਸੇ ਮੰਗਲਵਾਰ ਦੀ ਜਦੋਂ ਦੁਪਹਿਰ ਹੋਈ, ਇਹ ਮੈਂ ਉੱਥੋਂ ਦਾ ਸਮਾਂ ਦੱਸ ਰਿਹਾ ਤੁਹਾਨੂੰ ਯੂਕਰੇਨ ਦਾ, ਤੇ ਭਾਰਤੀ ਦੂਤ ਘਰ ਦੇ ਵੱਲੋਂ ਇੱਕ ਹੋਰ ਮੈਸੇਜ ਦਿੱਤਾ ਗਿਆ, ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਭਾਰਤੀ ਸਾਰੇ ਇਕੱਠੇ ਮਿਲ ਕੇ ਰਹਿਣ, ਘਬਰਾਉਣ ਦੀ ਜ਼ਰੂਰਤ ਨਹੀਂ, ਸਾਰੇ ਭਾਰਤੀ ਨੂੰ ਸੁਰੱਖਿਅਤ ਭਾਰਤ ਪਹੁੰਚਾਇਆ ਜਾਏਗਾ। ਇਹਦੇ ਲਈ ਏਅਰਫੋਰਸ ਦਾ ਸਹਿਯੋਗ ਲਿਆ ਜਾਵੇਗਾ। ਸੂਰਜ ਜਦੋਂ ਛਿਪ ਜਾਂਦਾ ਹੈ, ਸੂਰਜ ਛਿਪਣ ਤੋਂ ਬਾਅਦ ਮਿਲ ਕੇ ਇੱਕ ਥਾਂ ਤੇ ਰੁਕ ਜਾਓ, ਕਿਤੇ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਨਾ ਕਰੋ। ਪਰ ਹੁਣ ਸੱਚਮੁੱਚ ਐਡਵਾਈਜ਼ਰੀ ਤਾਂ ਉਹਨਾਂ ਨੂੰ ਮਿਲ ਜਾਂਦੀ ਹੈ। ਹੁਣ ਉਹ ਰਸਤੇ ਵਿੱਚ ਬਹੁਤ ਸਾਰੇ ਪੈਦਲ ਜਾ ਰਹੇ ਨੇ, ਬੈਠਣ ਤਾਂ ਬੈਠਣ ਕਿੱਥੇ। ਇਹ ਸੱਚਮੁੱਚ ਤੁਸੀਂ ਕਿਆਸ ਕਰਕੇ ਦੇਖੋ ਕਿ ਉਹਨਾਂ ਦੇ ਉੱਤੇ ਮੁਸੀਬਤਾਂ ਕਿੰਨੀਆਂ ਨੇ ਅਤੇ ਕਿਹੜੇ ਤਰੀਕੇ ਨਾਲ ਉਹ ਦਿਨ ਕੱਟੀਆਂ ਕਰਦੇ ਹੋਣਗੇ। ਤੇ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਿਹੜੇ ਵਿਦਿਆਰਥੀ, ਜਿਹੜੇ ਭਾਰਤੀ ਨਾਗਰਿਕ ਪੋਲੈਂਡ ਵਾਲੇ ਪਾਸੇ ਆ ਗਏ ਹੈ, ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪਾਣੀ ਵੀ ਛਕਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਉੱਥੇ ਸਿਰ ਢੱਕਣ ਵਾਸਤੇ ਸਥਾਨ ਵੀ ਦਿੱਤਾ ਜਾ ਰਿਹਾ ਹੈ। ਪਰ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਹੈ, ਲਗਾਤਾਰ ਇਹ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਸਰਕਾਰ ਉੱਤੇ ਲਗਾਤਾਰ ਪ੍ਰੈਸ਼ਰ ਵੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਨੇ ਰੂਸ ਯੂਕਰੇਨ ਜੰਗ ਦੇ ਵਿੱਚ ਜਿਹੜੇ ਫਸੇ ਭਾਰਤੀ ਵਿਦਿਆਰਥੀ ਨੇ, ਉਹਨਾਂ ਨੂੰ ਵਾਪਸ ਲਿਆਉਣ ਦੀ ਕਾਰਵਾਈ ਦੇ ਵਿੱਚ ਭਾਰਤੀ ਫੌਜ ਨੂੰ ਸ਼ਾਮਲ ਹੋਣ ਦੇ ਪਤਾ ਲੱਗਿਆ ਕਿ ਨਿਰਦੇਸ਼ ਦੇ ਦਿੱਤੇ ਹੈ। ਹਵਾਈ ਫੌਜ ਨੇ ਵੀ ਇਸ ਨਿਰਦੇਸ਼ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਟਰਾਂਸਪੋਰਟ ਏਅਰਕ੍ਰਾਫਟ C-17 ਗਲੋਬ ਮਾਸਟਰ ਨੂੰ ਵਿਦਿਆਰਥੀਆਂ ਦੀ ਵਾਪਸੀ ਲਈ ਚਲਾਏ ਜਾਣ ਦਾ ਪ੍ਰਬੰਧ ਕਰ ਲਿਆ ਹੈ, ਕਮਰ ਕੱਸ ਲਈ ਹੈ ਅਤੇ ਨਾਲ ਦੀ ਨਾਲ ਤਤਕਾਲ ਦੇ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ। ਜੰਗ ਗੰਭੀਰ ਹੁੰਦੀ ਜਾ ਰਹੀ ਹੈ, ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ। ਵਿਦਿਆਰਥੀ ਕਹਿੰਦੇ ਨੇ ਕਿ ਸਾਨੂੰ ਛੇਤੀ ਕੱਢੋ, ਮਾਪੇ ਮੁਜ਼ਾਹਰੇ ਕਰਨਗੇ ਅੱਜ, ਉਹ ਕਹਿੰਦੇ ਨੇ ਸਾਡੇ ਬੱਚਿਆਂ ਨੂੰ ਛੇਤੀ ਲੈ ਕੇ ਆਓ।
ਹੁਣ ਇਸੇ करके इस मुहिम दे विच भारती फौज दीयां सेवावां जाणगीਆਂ। ग्लोबमास्टर जहाज़ां नूं भेजिया जाएगा। यूक्रेन तो भारतीय विद्यार्थी नूं इस वक्त गंगा ऑपरेशन के तहत लिया जा रहा, तो उहदे विच तेज़ी लियाउण दे वास्ते प्रधानमंत्री ने हवाई फौज नूं शामिल होने वास्ते आख्या है। जानकारी मिली है कि प्रधानमंत्री ने यह निर्देश दिते ने कि हवाई फौज के जहाज़ों के ऑपरेशन दे विच शामिल होने दे नाल भारतीय विद्यार्थियों ते नागरिकों नूं यूक्रेन तो भारत वापस पढ़न की प्रक्रिया वो रफ्तार फड़ लेगी, तेज़ हो जाएगी और उन्होंने वापस लियाउण वालियां दी गिणती दे विच वाधा होएगा। नाल ही इस जरिए भारत तो भेजी जा रही राहत समग्री भी तेज़ी नाल उत्थे पुजदी कीती जा सकूगी। सूत्रां ने संकेत दिते ने कि हवाई फौज के C-17 जहाज़ ऑपरेशन गंगा के तहत अज बुधवार तो अपनी उड़ान शुरू कर सकते हैं। भारतीय हवाई फौज ने प्रधानमंत्री के निर्देश तो बाद यह आख दिता कि यूक्रेन तो सानू अपने नागरिकों को कढ़ण लई जिस तरह की जरूरत है उहदे वास्ते असीं तैयार बर तैयार हाँ। हालांकि हाले हवाई फौज ने ऑपरेशन गंगा के तहत अपने जहाज़ों की उड़ान का की वेरवा होएगा यह तो नहीं जारी किया, पर हवाई फौज के ग्लोबमास्टर के विच एक समय 300 तो 400 लोगों को इकट्ठे लिया जा सकता है। हुण किन्ने विद्यार्थियों को लियाउणगे ये आउण वाला समा दसेगा, पर हुण तक एयर इंडिया, इंडीगो, स्पाइस जेट ये जिहड़ियां प्राइवेट एयरलाइनस ने ऑपरेशन गंगा के तहत विद्यार्थियों को उत्थों लियाउण दा ये काम कर रही सी। मैं तुहानूं ये भी दस दियां कि बीते वरे अफगानिस्तान दे विच जदों तालिबान ने कब्जा किया उत्थे भी हालात बहुत बदतर हो गए सन। उत्थों भी भारतीय नागरिकों नूं, कुछ अफगानी हिंदुओं ने तो कुछ सिखां नूं भारत लियाउण लई हवाई फौज ने एक खास मुहिम चलाई सी। हवाई फौज ने उस मुहिम दे विच भी अपने C-17 जहाज़ काबल भेजे सन। ते भारत सरकार वालों दित्ती जानकारी के अनुसार यूक्रेन दे विच फसे भारतीयों नूं कढण वास्ते 3 दिनां दे विच 26 फ्लाइट्स भेजियां जाणगीਆਂ, 26 जहाज़ भेजे जाणगे। उन्होंने दस्सिया कि भारतीयों नूं एयरलिफ्ट करने वास्ते बुखारेस्ट, बुडापेस्ट तो इलावा पोलैंड और स्लोवाक के एयरपोर्ट्स का इस्तेमाल किया जाएगा। विदेश मंत्रालय के अनुसार 8 मार्च तक बुडापेस्ट, बुखारेस्ट और होर स्थानों तो कुल 46 जहाज़ भेज के भारतीय विद्यार्थियों को कढ़िया जाएगा। विदेश मंत्रालय ने यह भी जानकारी दी है कि सारे के सारे भारत के नागरिक इस वक्त कीव छड़ चुके हैं। उन्होंने ये भी आख्या कि सब तो पहली एडवाइजरी जारी करने के वक्त यूक्रेन दे विच लगभग 20,000 भारतीय विद्यार्थी सन अते हुण लगभग 12,000 विद्यार्थी यूक्रेन छड़ चुके हैं अते बाकी जिहड़े बचे ने उन्हां विच 40% विद्यार्थियों दे विचों लगभग अद्धे युद्धग्रस्त खेतर दे विच ने अते अद्धे क यूक्रेन की पश्चिमी सरहद ते पहुंचे हुए है। वो उत्थों अगे वध रहे ने, वो उस सरहद नूं पार करना चाहुंदे है। विदेश मंत्रालय ने यह भी जानकारी दी है कि हंगरी, स्लोवाकिया, रोमानिया, पोलैंड और मोल्डोवा जिहड़े ये देश ने ये लोग इन्हां विच पहुँच सकते हैं अते इत्थों असीं उन्हां नूं एयरलिफ्ट करांगे। ते इन्हां रस्तियां दे राहीं ये भी खबर मिली है कि 7700 भारतीय नागरिक सरहदां क्रॉस कर चुके हैं। तकरीबन 2000 जिन्हां दी असल गिणती 1836 दसी जा रही है, 1836 लोगों को यूक्रेन दे विचों वापस भारत लिया जा चुका है। 4 तो 5 हज़ार लोग इस वक्त वक्खो-वक्ख मुल्कों दे विच बैठे भारतीय फ्लाइट्स का इंतज़ार कर रहे हैं ताकि असीं वापस परत आईए। पर सचमुच जिन्हां दे रिश्तेदार, मित्र, दोस्त जां परिवारक जी फसे हुए ने उन्हां दी जान घंडी विच आई हुई है। ते हुण यूक्रेन इस वक्त चारे पासे हथ पैर मार रहा है क्योंकि रूस उहदे उत्ते इस वक्त एक वड्डा हमला मार के एक वड्डे हंबले दे नाल उहनूं गोडियां भार करना चाहुंदा है। पर रूस अपने वड्डे पद्धर दे उत्ते अपने हथियार इस वक्त वरतों विच लिया रहा है क्योंकि पता लग रहा कि रहायशी इलाकों के उत्ते भी हमले शुरू कर दिते हैं। पर दूसरे पासे यूक्रेन ने यूरोपीयन यूनीयन की मैंबरशिप हासिल कर ली है। दसना बनता है कि सोमवार वाले दिन यूक्रेन के राष्ट्रपति ज़ेलेंस्की ने यूरोपीयन यूनीयन को मैंबरशिप की अर्जी पर दस्तखत करके जल्द तो जल्द प्रवानगी देने की अपील की सी। यूक्रेन के राष्ट्रपति ने ऑनलाइन यूरोपीयन संसद को संबोधन भी किया। ज़ेलेंस्की ने कहा कि रूस ने आम लोगों ते मिसाइलां, तोपां अते क्रूज मिसाइलां दागणियां शुरू कर दित्तियां ने। इहदे वास्ते रूस नूं कदे कोई मुआफ नहीं करू।
ਇਸ ਹਮਲੇ ਨੂੰ ਕਦੇ ਕੋਈ ਭੁੱਲੂ ਨਹੀਂ ਤੇ ਨਾਲ ਹੀ ਯੂਰਪੀਅਨ ਸੰਸਦ ਦੇ ਵਿੱਚ ਮੌਜੂਦ ਪ੍ਰਤੀਨਿਧਾਂ ਨੇ ਤਾੜੀਆਂ ਮਾਰ ਕੇ ਜ਼ੈਲੈਂਸਕੀ ਦੇ ਇਸ ਬਿਆਨ ਦਾ ਸਮਰਥਨ ਕੀਤਾ। ਦੱਸਣਾ ਬਣਦਾ ਕਿ ਯੂਕਰੇਨ ਦੇ ਵਿੱਚ ਰੂਸੀ ਹਮਲਿਆਂ ਦੇ ਕਾਰਨ ਹੁਣ ਤੱਕ ਕਈ ਦਰਜਨ ਸਕੂਲੀ ਬੱਚੇ ਵੀ ਮਰ ਚੁੱਕੇ ਹੈ। ਭਾਵੇਂ ਰੂਸ ਤਾਂ ਕਹਿੰਦਾ ਕਿ ਅਸੀਂ ਸਿਰਫ ਹਵਾਈ ਟਿਕਾਣਿਆਂ ਦੇ ਉੱਤੇ ਹਮਲੇ ਕਰ ਰਹੇ ਹਾਂ, ਪਰ ਖਬਰਾਂ ਇਹ ਵੀ ਨੇ ਕਿ ਕੁਝ ਰਿਹਾਇਸ਼ੀ ਇਲਾਕਿਆਂ ਦੇ ਨਾਲ ਕੁਝ ਸਕੂਲਾਂ ਤੇ ਕੁਝ ਹਸਪਤਾਲਾਂ ਦੇ ਉੱਤੇ ਵੀ ਗੋਲਾਬਾਰੀ ਹੋ ਚੁੱਕੀ ਹੈ। ਜ਼ੈਲੈਂਸਕੀ ਨੇ ਆਖਿਆ ਕਿ ਸਾਡੇ ਨਾਗਰਿਕ ਹਮਲੇ ਦੀ ਕੀਮਤ ਚੁਕਾ ਰਹੇ ਨੇ। ਅਸੀਂ ਆਪਣੀ ਹੋਂਦ ਵਾਸਤੇ, ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਉਹਨਾਂ ਯੂਰਪੀ ਸੰਘ ਨੂੰ ਕਿਹਾ ਕਿ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਯੂਕਰੇਨ ਦੇ ਨਾਲ ਹੋ। ਰਾਸ਼ਟਰਪਤੀ ਜ਼ੈਲੈਂਸਕੀ ਨੇ ਆਖਿਆ ਕਿ ਅਸੀਂ ਆਪਣੇ ਮੁਲਕ ਲਈ ਲੜ ਰਹੇ ਹਾਂ, ਸਾਡੇ ਸ਼ਹਿਰ ਬਲੌਕ ਹੋ ਚੁੱਕੇ ਹੈ, ਇਸ ਦੇ ਬਾਵਜੂਦ ਵੀ ਅਸੀਂ ਆਜ਼ਾਦ ਹਾਂ, ਸਾਨੂੰ ਕੋਈ ਤੋੜਨ ਵਾਲਾ ਨਹੀਂ ਜੰਮਿਆ, ਅਸੀਂ ਮਜ਼ਬੂਤ ਸੀ ਤੇ ਮਜ਼ਬੂਤ ਹਾਂ, ਅਸੀਂ ਦੱਸ ਦਿੱਤਾ ਕਿ ਅਸੀਂ ਕਿਹੜੀ ਮਿੱਟੀ ਦੇ ਬਣੇ ਹੋਏ ਹਾਂ। ਜ਼ੈਲੈਂਸਕੀ ਨੇ ਆਖਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ, ਸਾਡੇ ਬੱਚਿਆਂ ਨੂੰ ਵੀ ਜੀਣ ਦਾ ਹੱਕ ਹੈ। ਉਹਨਾਂ ਦੀ ਅੱਖਾਂ ਦੇ ਵਿੱਚ ਅਥਰੂ ਨੇ। ਜਦੋਂ ਜ਼ੈਲੈਂਸਕੀ ਯੂਰਪੀਅਨ ਯੂਨੀਅਨ ਦੀ ਉਸ ਸੰਸਦ ਨੂੰ ਸੰਬੋਧਨ ਕਰ ਰਹੇ ਸੀ, ਉਹ ਯੂਕਰੇਨੀ ਭਾਸ਼ਾ ਦੇ ਵਿੱਚ ਸੰਬੋਧਨ ਕਰ ਰਹੇ ਸੀ, ਪਰ ਸੱਚਮੁੱਚ ਉਹਨਾਂ ਦੇ ਇਹ ਬੋਲ ਬਹੁਤ ਭਾਵੁਕ ਸਨ। ਇਹ ਕਿੰਨੇ ਭਾਵੁਕ ਸੀ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਉਹਨਾਂ ਨੇ ਬੱਚਿਆਂ ਦੇ ਅੱਖਾਂ ਵਿੱਚ ਅਥਰੂਆਂ ਦਾ ਜ਼ਿਕਰ ਕੀਤਾ ਕਿ ਸਾਡੇ ਬੱਚਿਆਂ ਨੂੰ ਵੀ ਜੀਣ ਦਾ ਹੱਕ ਹੈ, ਤਾਂ ਜਿਹੜਾ ਯੂਕਰੇਨੀ ਭਾਸ਼ਾ ਦੇ ਵਿੱਚ ਉਹਨੂੰ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰ ਰਿਹਾ ਸੀ, ਤਾਂ ਉਹ ਟਰਾਂਸਲੇਟਰ ਵੀ ਰੋ ਪਿਆ। ਤਾਂ ਸੰਸਦ ਦੇ ਵਿੱਚ ਉੱਥੇ ਜਿੰਨੇ ਵੀ ਪ੍ਰਤੀਨਿਧ ਸਨ, ਉਹਨਾਂ ਸਾਰਿਆਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਜ਼ੈਲੈਂਸਕੀ ਦੇ ਇਸ ਬਿਆਨ ਦਾ ਸਮਰਥਨ ਕੀਤਾ। ਸੋ ਹੁਣ ਸੱਚਮੁੱਚ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਵੱਡਾ ਕਾਫਲਾ ਸੀ ਜਿਹੜਾ ਪੰਜਾਬ ਬੋਲਦਾ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੀਵ ਨੂੰ ਘੇਰਨ ਦੇ ਵਾਸਤੇ ਲਗਭਗ 64 ਕਿਲੋਮੀਟਰ ਦੇ ਵਿੱਚ ਉਹ ਲੰਬਾ ਗੱਡੀਆਂ ਦਾ, ਜਿਸ ਦੇ ਵਿੱਚ ਤੋਪ, ਟੈਂਕ ਅਤੇ ਬਖਤਰਬੰਦ ਗੱਡੀਆਂ ਨਜ਼ਰ ਆ ਰਹੀਆਂ ਸਨ, ਉਹ ਕੀਵ ਨੂੰ, ਰਾਜਧਾਨੀ ਨੂੰ ਨੇਸਤੋ ਨਾਬੂਦ ਕਰਨ ਵਾਸਤੇ ਜਾ ਰਹੀਆਂ ਸੀ। ਸੋ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਛੇਤੀ ਸੀਜ਼ਫਾਇਰ ਹੋ ਜਾਵੇ, ਜੰਗਬੰਦੀ ਹੋ ਜਾਵੇ, ਤਾਂ ਕਿ ਲੋਕਾਂ ਦਾ ਬਚਾਅ ਹੋ ਜਾਵੇ। ਜਾਨਾਂ ਬੜੀਆਂ ਕੀਮਤੀ ਨੇ। ਅੱਜ ਤੱਕ ਕੋਈ ਬੰਦਾ ਬਾਂਹ ਕੱਢ ਕੇ ਨਹੀਂ ਦੱਸ ਸਕਦਾ ਕਿ ਜਿਹੜੀਆਂ ਪਹਿਲੀਆਂ ਲੜਾਈਆਂ ਹੋਈਆਂ, ਭਾਵੇਂ ਕੋਈ ਜਿੱਤਿਆ ਤੇ ਭਾਵੇਂ ਕੋਈ ਹਾਰਿਆ, ਕਿ ਉਹਦੇ ਵਿੱਚੋਂ ਕਿਸੇ ਨੇ ਕੁਝ ਖੱਟਿਆ ਜਾਂ ਕੁਝ ਗਵਾਇਆ। ਇੱਕ ਜਾਨ ਦੁਨੀਆ ਦਾ ਤੁਰੰਤ ਤੋਂ ਤੁਰੰਤ ਕੋਈ ਬੰਦਾ ਦੱਸ ਸਕਦਾ ਕਿ ਮੈਂ ਮੋੜ ਕੇ ਲਿਆ ਸਕਦਾ। ਜੇਕਰ ਕਿਸੇ ਦੇ ਪਰਿਵਾਰ ਦਾ ਜੀ ਚਲਾ ਗਿਆ, ਕੋਈ ਮੋੜ ਕੇ ਉਹਨਾਂ ਦੇ ਪਰਿਵਾਰਕ ਜੀ ਨੂੰ ਨਹੀਂ ਦੇ ਸਕਦਾ। ਆ ਕਰਨਾਟਕ ਦੇ ਵਿੱਚ 21 ਵਰ੍ਹਿਆਂ ਦਾ ਜਿਹੜਾ ਵਿਦਿਆਰਥੀ ਆਪਣੇ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਗਿਆ ਸੀ ਤੇ ਆਪਣਾ ਭਵਿੱਖ ਸੁਨਹਿਰਾ ਬਣਾਉਣ ਗਿਆ ਸੀ, 21 ਵਰ੍ਹਿਆਂ ਦਾ ਨੌਜਵਾਨ 4 ਸਾਲਾਂ ਤੋਂ ਉੱਥੇ ਮੈਡੀਕਲ ਦੀ ਪੜ੍ਹਾਈ ਪੜ੍ਹ ਰਿਹਾ ਸੀ। ਪੁੱਛ ਕੇ ਦੇਖਿਓ ਉਹਨਾਂ ਦੇ ਮਾਪਿਆਂ ਤੋਂ ਕਿ ਕੀ ਕਦੇ ਉਹ ਇਸ ਜੰਗ ਨੂੰ ਭੁੱਲ ਜਾਣਗੇ ਜਾਂ ਭੁਲਾ ਦੇਣਗੇ। ਜਾਂ ਜਿਹੜੇ ਬੱਚੇ ਇਸ ਵਕਤ ਆਲੇ ਦੁਆਲੇ ਕਾੜ ਕਾੜ ਹੁੰਦੀ ਸੁਣ ਰਹੇ ਨੇ, ਕੋਈ ਪੈਦਲ ਜਾ ਰਿਹਾ, ਕੋਈ ਟੈਕਸੀ 'ਚ, ਕੋਈ ਰੇਲ ਦੇ ਵਿੱਚ ਜਾ ਰਿਹਾ ਹੈ, ਕਿ ਕਦੇ ਜ਼ਿੰਦਗੀ ਦੇ ਵਿੱਚ ਉਹ ਇਹਨਾਂ ਪਲਾਂ ਨੂੰ ਭੁਲਾ ਪਾਉਣਗੇ। ਆਰਥਿਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਹੈ, ਸਰੀਰਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਹੈ, ਮਾਨਸਿਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਹੈ। ਪਰਮਾਤਮਾ ਇਹਨਾਂ ਸਰਹੱਦਾਂ ਦੇ ਰਾਖਿਆਂ ਨੂੰ ਸਲਾਮਤ ਰੱਖੇ। ਪਰਮਾਤਮਾ ਜਿਹੜੇ ਮੁਲਕਾਂ ਦੇ ਹਾਕਮ ਨੇ ਉਹਨਾਂ ਨੂੰ ਸਮਤ ਬਖਸ਼ੇ। ਸੋ ਦੋਸਤੋ, ਇਹ ਸੀ ਅੱਜ ਆਪਣਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।